प्यारे विद्यार्थियों, ਅਸੀਂ अपना ਜਿਹੜਾ ਚੈਪਟਰ ਸੀ त्रिभुजां ਦੀ ਸਰਬਸੰਮਤਾ, ਇਸ ਦਾ ਅੱਜ 6ਵਾਂ ਲੈਕਚਰ ਹੈ ਜਿਹੜਾ ਉਹ ਕਰਨ ਜਾ ਰਹੇ ਹਾਂ। ਅਸੀਂ ਪਿਛਲੇ ਲੈਕਚਰ ਦੇ ਵਿੱਚ ਕੌਣ ਭੁਜਾ ਕੌਣ ਇਹ ਐਸੇ ਸਰਬਸੰਮਤਾ ਜਿਹੜਾ ਮਾਪਦੰਡ ਹੈ ਉਹ ਕੀਤਾ ਸੀ, ਜਿਸ ਦੇ ਵਿੱਚ ਅਸੀਂ ਕਰਿਆ ਸੀ ਵੀ त्रिभुज ABC ਅਤੇ DAEF ਵਿੱਚ ਕੌਣ A ਹੈ ਜਿਹੜਾ D ਦੇ ਬਰਾਬਰ ਹੈ, AB ਭੁਜਾ DE ਦੇ ਬਰਾਬਰ ਹੈ, ਤੇ ਸਾਡਾ ਜਿਹੜਾ ਕੌਣ ਹੈ B ਉਹ E ਦੇ ਬਰਾਬਰ ਹੈ। ਤਾਂ ਅਸੀਂ ਕਹਾਂਗੇ ਕਿ ਇਹ ਐਸੇ ਸਰਬਸੰਮਤਾ ਮਾਪਦੰਡ ਦੇ ਅਕੋਰਡਿੰਗ त्रिभुज ABC ਸਰਵਾਂਗ ਸਮ ਹੈ त्रिभुज DEF, ਜਿਸ ਦੇ ਅਸੀਂ ਕਾਫੀ ਸਵਾਲ ਵੀ ਕੀਤੇ ਸੀ। ਆਓ ਕੁਝ ਜਿਹੜੇ ਸਵਾਲ ਰਹਿੰਦੇ ਹਨ ਉਹ ਕਰਦੇ ਹਾਂ। ਸਾਡਾ ਕੋਸ਼ਿਸ਼ ਕਰੋ ਦੇ ਵਿੱਚ ਚੌਥਾ ਸਵਾਲ ਸੀ, ਦੋ त्रिभुजां ਦੇ ਕੁਝ ਭਾਗਾਂ ਦੇ ਮਾਪ ਦਿੱਤੇ ਗਏ ਹਨ। ਇਹ ਸਰਬਸੰਮਤਾ ਮਾਪਦੰਡ ਦਾ ਉਪਯੋਗ ਕਰਕੇ ਜਾਂਚ ਕਰੋ ਕਿ ਇਹ त्रिभुज ਸਰਵਾਂਗ ਸਮ ਹਨ ਜਾਂ ਨਹੀਂ। ਸਰਬਸੰਮਤਾ ਦੀ ਸਥਿਤੀ ਵਿੱਚ ਉੱਤਰ ਨੂੰ ਸੰਕੇਤ ਰੂਪ ਵਿੱਚ ਲਿਖੋ। ਅਸੀਂ ਫੇਰ ਕੀ ਕਰਨਾ ਹੈ ਕਿ त्रिभुजां ਜਿਵੇਂ ਅਸੀਂ ਪਹਿਲਾਂ ਕਰ ਰਹੇ ਸੀ, ਅਸੀਂ ਦੋ त्रिभुजां ਹਨ ਉਹ ਬਣਾ ਲੈਂਦੇ ਹਾਂ। ਸਾਡੀ ਪਹਿਲੀ ਜਿਹੜੀ त्रिभुज है DEF ਤੇ ਦੂਜੀ ਜਿਹੜੀ त्रिभुज है ਉਹ ਅਸੀਂ ਬਣਾਉਂਦੇ ਹਾਂ PQR। ਤੇ ਇਹਦੇ ਵਿੱਚ ਦੇਖੋ ਕੌਣ D ਸਾਨੂੰ ਦਿੱਤਾ ਗਿਆ ਹੈ 60 ਡਿਗਰੀ। ਪਹਿਲੇ ਸਵਾਲ ਦੀ ਅਗਰ ਅਸੀਂ ਗੱਲ ਕਰ ਰਹੇ ਹਾਂ, ਕੌਣ F ਹੈ ਜਿਹੜਾ ਉਹ ਸਾਡਾ 80 ਡਿਗਰੀ ਹੈ। DF ਦੀ ਜਿਹੜੀ ਲੰਬਾਈ ਹੈ ਭੁਜਾ ਦੀ ਉਹ 5 ਸੈਂਟੀਮੀਟਰ ਹੈ। ਇਸੇ ਤਰ੍ਹਾਂ त्रिभुज PQR ਦੇ ਵਿੱਚ ਕੌਣ Q 60 ਡਿਗਰੀ ਹੈ, R ਸਾਡਾ 80 ਡਿਗਰੀ ਹੈ, QR ਦੀ ਜਿਹੜੀ ਲੰਬਾਈ ਹੈ ਉਹ ਕਿੰਨੀ ਹੈ 5 ਸੈਂਟੀਮੀਟਰ ਹੈ। ਤਾਂ ਦੋਨੇ त्रिभुजां ਦੇ ਵਿੱਚ ਕੌਣ D ਬਰਾਬਰ ਹੈ ਕੌਣ Q, ਕਿਉਂਕਿ ਦੋਨੋਂ 60 ਡਿਗਰੀ ਦੇ ਹਨ। ਕੌਣ F ਬਰਾਬਰ ਹੈ ਕੌਣ R, ਦੋਨੋਂ ਕਿੰਨੇ ਦੇ ਹਨ 80 ਡਿਗਰੀ ਦੇ, ਇੱਕ ਦੋਨੋਂ 60 ਡਿਗਰੀ ਦੇ। ਉਸ ਤੋਂ ਬਾਅਦ ਇਹਨਾਂ ਦੇ ਕੋਣਾਂ ਦੇ ਅੰਤਰਗਤ ਭੁਜਾ ਵਿਚਕਾਰਲੀ ਭੁਜਾ ਦੀ ਗੱਲ ਕਰੀਏ ਤਾਂ DF ਹੈ ਜਿਹੜੀ ਉਹ ਕਿਸ ਦੇ ਬਰਾਬਰ ਹੈ QR ਦੇ, ਦੋਨੋਂ ਕਿੰਨੀਆਂ 5 ਸੈਂਟੀਮੀਟਰ ਦੀਆਂ। ਤਾਂ ਅਸੀਂ ਕਹਾਂਗੇ ASA ਨਿਯਮ ਅਨੁਸਾਰ ਇਹ ਦੋਨੋਂ त्रिभुजां ਕੀ ਹਨ ਸਰਵਾਂਗ ਸਮ ਹਨ। ਹੁਣ ਫੇਰ ਹੋਈ ਅਸੀਂ ਸਰਵਾਂਗ ਸਮਤਾ ਦਾ ਨਿਯਮ ਲਿਖਣਾ ਹੈ ਵੀ ਕਿਸ ਨਿਯਮ ਦੇ ਅਕੋਰਡਿੰਗ ਸੰਕੇਤ ਕੀ ਹੋਏਗਾ। ਤਾਂ ਸਾਨੂੰ ਪਤਾ ਹੈ ਵੀ D ਹੈ ਜਿਹੜਾ ਇਸ ਦਾ ਸੁਮੇਲ Q ਦੇ ਨਾਲ ਹੈ, F ਹੈ ਜਿਹੜਾ ਉਸ ਦਾ R ਦੇ ਨਾਲ ਹੈ, P ਜਿਹੜਾ ਬਚ ਗਿਆ ਸਾਡੇ ਕੋਲ, ਅਗਰ ਅਸੀਂ ਗੱਲ ਕਰੀਏ ਇਸ ਸਾਈਡ E ਦੀ, E ਹੈ ਜਿਹੜਾ ਉਹ P ਦੇ ਨਾਲ ਸੁਮੇਲ ਕਰਦਾ। ਤਾਂ त्रिभुज DFE ਸਰਵਾਂਗ ਸਮ ਹੈ त्रिभुज QRP। ਇਹ ਸਾਡਾ ਕੀ ਹੈ ਸੰਕੇਤਿਕ ਰੂਪ ਹੈ। ਦੂਜੇ ਸਵਾਲ ਦੀ ਗੱਲ ਕਰੀਏ, ਇਸ ਦੇ ਵਿੱਚ ਅਸੀਂ ਫੇਰ ਕੀ ਕਰਦੇ ਹਾਂ, DEF ਤੇ त्रिभुज PQ ਤੇ R ਬਣਾਉਂਦੇ ਹਾਂ। D ਦੀ ਕੀਮਤ 60 ਡਿਗਰੀ, ਕੌਣ D ਜਿਹੜਾ ਹੈ, ਕੌਣ F ਹੈ ਜਿਹੜਾ ਉਹ 80 ਡਿਗਰੀ, ਤੇ DF ਹੈ ਜਿਹੜੀ ਉਹ 6 ਸੈਂਟੀਮੀਟਰ ਹੈ। ਇਸ ਸਾਈਡ Q ਕੌਣ ਸਾਡਾ 60 ਡਿਗਰੀ ਹੈ, R ਸਾਡਾ 80 ਡਿਗਰੀ ਹੈ, ਤੇ QP ਦੀ ਗੱਲ ਕਰੀਏ ਤਾਂ ਕਿੰਨਾ ਹੈ 6 ਸੈਂਟੀਮੀਟਰ ਹੈ। ਤਾਂ ਫਿਰ ਹੋਈ ਹੁਣ ਸਾਨੂੰ ਅੰਤਰਗਤ ਭੁਜਾ ਦਾ ਤਾਂ ਮਾਪ ਦਿੱਤਾ ਨਹੀਂ ਗਿਆ। ਤਾਂ ਅਗਰ ਇਹ 60 ਡਿਗਰੀ ਹੈ ਤਾਂ ਅਸੀਂ ਦੇਖਦੇ ਹਾਂ ਕਿ ਇਹ ਕੌਣ ਕਿੰਨੇ ਦਾ ਹੋਏਗਾ P। ਤਾਂ ਅਗਰ ਅਸੀਂ ਦੇਖੀਏ ਤਾਂ ਇਹ ਕੌਣ ਸਾਡਾ ਕਿੰਨਾ ਹੋਏਗਾ 40 ਡਿਗਰੀ ਦਾ। ਤੇ ਇਸ ਸਾਈਡ ਅਗਰ ਅਸੀਂ ਗੱਲ ਕਰੀਏ E ਕੌਣ ਦੀ, ਤਾਂ E ਕੌਣ ਕਿੰਨਾ ਹੋਏਗਾ 40 ਡਿਗਰੀ। ਹੁਣ ਅਸੀਂ ਗੱਲ ਕਰ ਰਹੇ ਹਾਂ ਸਿਰਫ ਕੌਣ ਤੇ ਉਹਨਾਂ ਦੇ ਅੰਤਰਗਤ ਭੁਜਾ, ਕੌਣ ਤੇ ਉਹਨਾਂ ਦੇ ਅੰਤਰਗਤ ਭੁਜਾ ਦੀ।
ਹੁਣ ਦੇਖੋ ਕੌਣ ਡੀ ਹੈ ਜਿਹੜਾ ਉਹ ਕਿਊ ਦੇ ਬਰਾਬਰ ਹੈ, ਦੋਨੋਂ ਕਿੰਨੇ ਹਨ 60 ਡਿਗਰੀ ਦੇ। ਕੌਣ ਐਫ ਹੈ ਜਿਹੜਾ, ਪਰ ਕੌਣ ਐਫ ਤਾਂ ਕੌਣ ਆਰ ਦੇ ਬਰਾਬਰ ਹੈ, ਦੋਨੋਂ ਕਿੰਨੇ ਦੇ ਹਨ 80 ਡਿਗਰੀ ਦੇ। ਹੁਣ ਦੇਖੋ ਕੌਣ ਤਾਂ ਸਾਡੇ ਬਰਾਬਰ ਨਹੀਂ ਹਨ, ਕਿਉਂਕਿ ਅਸੀਂ ਕਿਹਾ ਸੀ ਕੌਣ ਤੇ ਉਹਨਾਂ ਦੇ ਅੰਤਰਗਤ ਭੁਜਾ, ਕੌਣ ਤੇ ਉਹਨਾਂ ਦੇ ਅੰਤਰਗਤ ਭੁਜਾ ਬਰਾਬਰ ਹੋਣੀ ਚਾਹੀਦੀ ਹੈ। ਹੁਣ ਕੌਣ ਜਿਹੜੇ ਹਨ ਸਾਡੇ ਬਰਾਬਰ ਨਹੀਂ ਹਨ, ਸਾਡਾ 60 ਤਾਂ 60 ਦੇ ਬਰਾਬਰ ਹੈ, ਪਰ 80 ਹੈ ਜਿਹੜਾ 40 ਦੇ ਬਰਾਬਰ ਨਹੀਂ ਹੈ। ਤਾਂ ਅਸੀਂ ਕਹਿ ਸਕਦੇ ਹਾਂ ASA ਨਿਯਮ ਅਨੁਸਾਰ ਇਹ ਤ੍ਰਿਭੁਜਾਂ ਸਰਵਾਂਗ ਸਮ ਨਹੀਂ ਹਨ, ਕਿਉਂਕਿ ਤ੍ਰਿਭੁਜਾਂ ਅਗਰ ਸਰਵਾਂਗ ਸਮ ਹਨ ਤਾਂ ਕੌਣ ਤੇ ਉਹਨਾਂ ਦੇ ਅੰਤਰਗਤ ਜਿਹੜੀ ਭੁਜਾ ਹੈ ਉਹ ਬਰਾਬਰ ਹੋਣੀ ਚਾਹੀਦੀ ਹੈ। ਜਿਵੇਂ ਸਾਡਾ ਅਗਲਾ ਹੈ, ਇਹਦੇ ਵਿੱਚ ਫੇਰ ਸਾਡੇ ਕੋਲ त्रिभुज DEF ਤੇ ਇਸ ਸਾਈਡ त्रिभुज ਹੈ ਸਾਡੀ PQR। ਹੁਣ ਕੌਣ E 80 ਡਿਗਰੀ, ਕੌਣ F 30 ਡਿਗਰੀ, EF ਹੈ ਜਿਹੜੀ ਉਹ 5 ਸੈਂਟੀਮੀਟਰ ਹੈ। ਇਸ ਸਾਈਡ ਕੌਣ P 80 ਡਿਗਰੀ, R 30 ਡਿਗਰੀ ਤੇ 5 ਸੈਂਟੀਮੀਟਰ। ਹੁਣ ਅਗਰ ਅਸੀਂ ਦੇਖੀਏ ਕਿ E ਕੌਣ ਹੈ ਜਿਹੜਾ ਉਹ P ਦੇ ਬਰਾਬਰ ਹੈ, ਦੋਨੋਂ 80 ਡਿਗਰੀ ਹਨ। ਐਦਾਂ ਹੀ ਕੌਣ F ਹੈ ਜਿਹੜਾ ਉਹ R ਦੇ ਬਰਾਬਰ ਹੈ, ਦੋਨੋਂ 30 ਡਿਗਰੀ ਹਨ। EF ਅੰਤਰਗਤ ਭੁਜਾ, EF ਹੈ ਜਿਹੜੀ ਉਹ ਇਸ ਸਾਈਡ ਅੰਤਰਗਤ ਭੁਜਾ PR ਦੇ ਬਰਾਬਰ ਹੈ, ਦੋਨੋਂ ਕਿੰਨੇ ਹਨ 5 ਸੈਂਟੀਮੀਟਰ। ਤਾਂ ਦੋਨੋਂ ਕੌਣ ਤੇ ਅੰਤਰਗਤ ਭੁਜਾ ਕੀ ਹੈ ਬਰਾਬਰ ਹੈ, ਤਾਂ ਅਸੀਂ ਕਹਾਂਗੇ ASA ਨਿਯਮ ਅਨੁਸਾਰ ਦੋਨੋਂ ਤ੍ਰਿਭੁਜਾਂ ਕੀ ਹਨ ਸਰਵਾਂਗ ਸਮ ਹਨ। ਹੁਣ ਅਸੀਂ ਸੰਕੇਤਿਕ ਰੂਪ ਹੈ ਜਿਹੜਾ ਉਹ ਲਿਖਣਾ ਹੈ। ਉਸ ਦੇ ਲਈ E ਦਾ ਸੁਮੇਲ ਕਿਸ ਦੇ ਨਾਲ ਹੈ P ਨਾਲ, F ਦਾ R ਨਾਲ ਤੇ D ਦਾ Q ਦੇ ਨਾਲ। ਤਾਂ ਤ੍ਰਿਭੁਜ EFD ਸਰਵਾਂਗ ਸਮ ਹੈ ਤ੍ਰਿਭੁਜ PRQ। ਤਾਂ ਇਹ ਸਾਡਾ ਕੀ ਹੈ ਸੰਕੇਤਿਕ ਰੂਪ ਹੈ। ਸਾਡਾ ਲਾਸਟ ਸਵਾਲ ਹੈ ਇਸ ਦੇ ਜਿਹੜੇ ASA ਨਿਯਮ ਕਰ ਰਹੇ ਸੀ ਉਸ ਦਾ ਵਿਚਿੱਤਰ 7.25 ਦੇ ਵਿੱਚ 2.5 ਦੇ ਵਿੱਚ AB ਅਤੇ CD ਇੱਕ ਦੂਜੇ ਨੂੰ O ਉੱਤੇ ਸਮਦੋਭਾਜਿਤ ਕਰਦੇ ਹਨ। ਦੋਨੇ ਤ੍ਰਿਭੁਜਾਂ AOC ਅਤੇ BOD ਵਿੱਚ ਬਰਾਬਰ ਭਾਗਾਂ ਦੇ 3 ਜੋੜੇ ਲੱਭੋ ਤੇ ਹੇਠ ਲਿਖਿਆਂ ਵਿੱਚੋਂ ਕਿਹੜੇ ਕਥਨ ਸੱਚ ਹੋਣਗੇ। ਦੇਖੋ ਇਹ ਸਵਾਲ ਸੀ, ਅਸੀਂ ਪਹਿਲਾਂ ਵੀ ਮੇਰੇ ਖਿਆਲ 'ਚ ਕੀਤਾ ਸੀ ਵੀ ਇਸ ਦੇ ਵਿੱਚ ਸਾਡੇ ਕੋਲ ਕੀ ਹੈ ਤ੍ਰਿਭੁਜ AOC ਅਤੇ ਤ੍ਰਿਭੁਜ DOB ਦੇ ਵਿੱਚ ਅਗਰ ਅਸੀਂ ਦੇਖੀਏ ਤਾਂ ਸਾਡੇ ਕੋਲ ਕੀ ਹੈ AO ਹੈ ਜਿਹੜੀ ਉਹ OB ਦੇ ਬਰਾਬਰ ਹੈ, DO ਹੈ ਜਿਹੜੀ ਉਹ OC ਦੇ ਬਰਾਬਰ ਹੈ। ਇਹ ਸਾਡਾ ਕੀ ਹੋਗਾ ਸਿਖਰ ਸਨਮੁਖ ਕੋਣ। ਹੁਣ ਤੁਸੀਂ ਉਹਦੇ ਨਿਯਮ ਦੱਸੋ, ਅਸੀਂ ਕਿਹੜਾ ਨਿਯਮ ਲਗਾਉਂਗੇ। ਇਹ ਨਿਯਮ ਲੱਗ ਰਿਹਾ SAS, ਯਾਨੀ ਕਿ ਇਸ ਦੇ ਵਿੱਚ ਸਾਡਾ ਕਿਹੜਾ ਨਿਯਮ ਲੱਗ ਰਿਹਾ ਹੈ SAS ਨਿਯਮ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ ਸਰਵਾਂਗ ਸਮ ਹੋਣਗੀਆਂ। ਇਹ ਤੁਸੀਂ ਗੱਲ ਦਾ ਧਿਆਨ ਰੱਖਣਾ ਹੈ ਕਿ ਸਾਨੂੰ ਕਿਹੜੇ ਸੰਗਤ ਭਾਗ ਬਰਾਬਰ ਦਿੱਤੇ ਗਏ ਹਨ, ਅਸੀਂ ਉਸ ਨਿਯਮ ਦੇ ਅਕੋਰਡਿੰਗ ਕਰਨਾ ਹੈ। ਇਸ ਦੇ ਵਿੱਚ ਸਾਡੇ ਕੋਲ ਦੋ ਭੁਜਾਵਾਂ ਤੇ ਅੰਤਰਗਤ ਕੋਣ, ਦੋ ਭੁਜਾਵਾਂ ਤੇ ਅੰਤਰਗਤ ਕੋਣ ਹੈ ਜਿਹੜਾ ਉਹ ਬਰਾਬਰ ਦਿੱਤਾ ਗਿਆ ਹੈ। ਇਸ ਕਰਕੇ ਇਸ ਸਵਾਲ ਦੇ ਵਿੱਚ ਕਿਹੜਾ ਨਿਯਮ ਲੱਗੇਗਾ SAS ਨਿਯਮ ਦੇ ਅਕੋਰਡਿੰਗ ਇਹ ਤ੍ਰਿਭੁਜਾਂ ਕੀ ਹੋਣਗੀਆਂ ਸਰਵਾਂਗ ਸਮ ਹੋਣਗੀਆਂ। ਜੇ ਅਸੀਂ ਕਥਨ ਦੀ ਗੱਲ ਕਰੀਏ ਵੀ ਕਿਹੜਾ ਕਥਨ ਹੋਏਗਾ ਤਾਂ A ਦਾ ਸੁਮੇਲ B ਦੇ ਨਾਲ, D ਦਾ C ਦੇ ਨਾਲ ਹੈ। ਤਾਂ ਇਸ ਦਾ ਮਤਲਬ ਸਾਡਾ ਜਿਹੜਾ ਸੈਕਿੰਡ ਹੈ AOC ਸਰਵਾਂਗ ਸਮ ਹੋਏਗੀ ਤ੍ਰਿਭੁਜ BOD। ਸਾਡਾ ਜਿਹੜਾ ਲਾਸਟ ਸਰਵਸਮਤਾ ਦਾ ਨਿਯਮ ਹੈ ਉਹ ਹੈ ਸਮਕੋਣ ਕਰਨ ਭੁਜਾ RHS। R ਦਾ ਮਤਲਬ ਰਾਈਟ ਐਂਗਲ, H ਦਾ ਮਤਲਬ ਹਾਈਪਰਨਿਊਜ਼, S ਦਾ ਮਤਲਬ ਸਾਈਡ।
यानी कि अगर एक समकोणी त्रिभुज का कर्ण ਅਤੇ ਇੱਕ ਭੁਜਾ ਕਰਮਵਾਰ ਕਿਸੇ ਦੂਸਰੇ ਸਮਕੋਣੀ त्रिभुज, ਇਹ ਦੇਖਣ ਵਾਲੀ ਗੱਲ ਹੈ ਕਿ ਪਹਿਲੀ त्रिभुज ਸਮਕੋਣੀ ਹੈ ਤਾਂ ਦੂਜੀ त्रिभुज ਵੀ ਕੀ ਹੋਣੀ ਚਾਹੀਦੀ ਹੈ, ਸਮਕੋਣੀ, ਕਿਉਂਕਿ ਅਸੀਂ ਉਹਦੇ ਰਾਈਟ ਐਂਗਲ ਦੀ ਗੱਲ ਕਰ ਰਹੇ ਹਾਂ। ਸਾਨੂੰ ਪਤਾ ਹੈ ਵੀ ਉਹ त्रिभुज ਜਿਸ ਦੇ ਵਿੱਚ ਇੱਕ ਕੋਣ 90 ਡਿਗਰੀ ਦਾ ਹੋਵੇ। ਅਸੀਂ ਸਟਾਰਟਿੰਗ ਦੇ ਵਿੱਚ ਜਦੋਂ ਇਹ ਚੈਪਟਰ ਸਟਾਰਟ ਕੀਤਾ ਸੀ, ਅਸੀਂ त्रिभुज ਦੀਆਂ ਕਿਸਮਾਂ ਦੇ ਬਾਰੇ ਗੱਲ ਕਰੀ ਸੀ। ਉਸ ਦੇ ਵਿੱਚ ਅਸੀਂ ਕਿਹਾ ਸੀ ਵੀ ਸਮਕੋਣੀ त्रिभुज ਕਿਹੜੀ त्रिभुज ਹੁੰਦੀ ਹੈ ਬੱਚਿਓ, ਉਹ त्रिभुज ਜਿਸ ਦਾ ਅਸੀਂ ਵੈਸੇ ਸਾਈਨ ਹੈ ਜਿਹੜਾ 90 ਡਿਗਰੀ ਜਦੋਂ ਕੋਣ ਬਣਾਉਂਦੇ ਹਾਂ ਤਾਂ ਅਸੀਂ ਇਸ ਤਰ੍ਹਾਂ ਬਣਾਉਂਦੇ ਹਾਂ ਕਿ ਅਗਰ ਕਿਸੇ त्रिभुज ਦੇ ਵਿੱਚ ਇੱਕ ਕੋਣ 90 ਡਿਗਰੀ ਦਾ ਹੋਵੇ ਤਾਂ ਉਸ त्रिभुज ਨੂੰ ਅਸੀਂ ਕੀ ਬੋਲਦੇ ਹਾਂ, ਸਮਕੋਣੀ त्रिभुज। ਹੁਣ ਇਸ ਨਿਯਮ ਦੇ ਅਕੋਰਡਿੰਗ ਜੇਕਰ ਇੱਕ ਸਮਕੋਣੀ त्रिभुज ਦਾ ਕर्ण ਅਤੇ ਇੱਕ ਭੁਜਾ ਕਰਮਵਾਰ ਕਿਸੇ ਦੂਸਰੇ ਸਮਕੋਣੀ त्रिभुज ਦੇ ਕर्ण ਅਤੇ ਇੱਕ ਭੁਜਾ ਦੇ ਬਰਾਬਰ ਹੋਵੇ ਤਾਂ ਦੋਨੇ ਭੁਜਾਵਾਂ त्रिभुजां ਕੀ ਹੁੰਦੀਆਂ ਹਨ, ਸਰਬਾਂਗ ਸਮ ਹੁੰਦੀਆਂ ਹਨ। ਯਾਨੀ ਕਿ ਸਮਕੋਣ त्रिभुज ABC ਅਤੇ ਸਮਕੋਣ त्रिभुज DEF ਦੇ ਵਿੱਚ ਕर्ण AC ਹੈ ਜਿਹੜਾ ਉਹ ਵੀ 5 ਸੈਂਟੀਮੀਟਰ ਹੈ ਸਾਡਾ, ਤੇ ਇਸ ਸਾਈਡ DEF ਦਾ ਜਿਹੜਾ ਕर्ण ਹੈ ਉਹ ਵੀ ਕਿੰਨਾ ਹੈ, 5 ਸੈਂਟੀਮੀਟਰ ਹੈ। ਭੁਜਾ BC ਹੈ ਜਿਹੜੀ ਉਹ 3 ਸੈਂਟੀਮੀਟਰ ਹੈ। ਇਸ ਸਾਈਡ ਵੀ ਭੁਜਾ EF ਕਿੰਨੀ ਹੈ, 3 ਸੈਂਟੀਮੀਟਰ ਹੈ। ਭੁਜਾ ਵੀ ਬਰਾਬਰ ਹੈ। ਕੋਣ 90 ਡਿਗਰੀ 90 ਡਿਗਰੀ ਤਾਂ ਹੋਏਗਾ ਕਿਉਂਕਿ ਦੋਨੋਂ ਕੀ ਹਨ, ਸਮਕੋਣੀ त्रिभुजां ਹਨ। ਤਾਂ RHS ਸਰਵਸਮਤਾ ਦੇ ਮਾਪਦੰਡ ਦੇ ਅਕੋਰਡਿੰਗ त्रिभुज ABC ਸਰਵਾਂਗ ਸਮ ਹੋਏਗੀ त्रिभुज DEF ਤੇ। ਆਓ ਇਸ ਦੇ ਰਿਲੇਟਡ ਅਸੀਂ ਹੁਣ ਕੁਝ ਸਵਾਲ ਕਰਦੇ ਹਾਂ। त्रिभुजां ਦੇ ਜੋੜਿਆਂ ਦੇ ਕੁਝ ਭਾਗਾਂ ਦੇ ਮਾਪ ਹੇਠ ਦਿੱਤੇ ਗਏ ਹਨ। RHS ਸਰਵਸਮਤਾ ਮਾਪਦੰਡ ਦਾ ਪ੍ਰਯੋਗ ਕਰਕੇ ਦੱਸੋ ਕਿ ਇਹ त्रिभुजां ਦੇ ਜੋੜੇ ਸਰਬਾਂਗ ਸਮ ਹਨ ਜਾਂ ਨਹੀਂ। ਸਰਬਾਂਗ ਸਮ त्रिभुजां ਦੀ ਸਥਿਤੀ ਵਿੱਚ ਚਿੱਤਰ ਨੂੰ ਸੰਕੇਤਿਕ ਰੂਪ ਦੇ ਵਿੱਚ ਲਿਖੋ। ਅਸੀਂ ਸੰਕੇਤਿਕ ਰੂਪ ਦੇ ਵਿੱਚ ਵੀ ਲਿਖਣਾ ਹੈ ਕਿ ਸੰਕੇਤਿਕ ਰੂਪ ਦੇ ਵਿੱਚ ਜਿਹੜਾ ਹੈਗੀਆਂ त्रिभुजां ਉਹ ਸਰਬਾਂਗ ਸਮ ਦਾ ਚਿੰਨ੍ਹ ਅਸੀਂ ਕਿਵੇਂ ਲਿਖਾਂਗੇ। ਤਾਂ ਪਹਿਲੇ ਸਵਾਲ ਦੇ ਵਿੱਚ ਫੇਰ ਅਸੀਂ ਕਰਦੇ ਹਾਂ। ਹੁਣ ਅਸੀਂ ਜਿਹੜੀ त्रिभुज ਬਣਾਉਣੀ ਹੈ ਉਹ ਸਮਕੋਣ त्रिभुज ਬਣਾਉਣੀ ਹੈ। ਕਿਉਂਕਿ ਅਸੀਂ RHS ਨਿਯਮ ਕਰ ਰਹੇ ਹਾਂ ਤਾਂ ਅਸੀਂ ਦੋਨੋਂ त्रिभुजां ਬਣਾਵਾਂਗੇ, ਉਹ ਕਿਹੜੀਆਂ ਬਣਾਵਾਂਗੇ, ਸਮਕੋਣ त्रिभुज। ਹੁਣ B ਕੋਣ, ਇਹਦਾ ਮਤਲਬ B ਸਾਡਾ ਉਰੇ ਆਏਗਾ 90 ਡਿਗਰੀ, ਉਰੇ ਅਸੀਂ A ਲੈ ਲੈਂਦੇ ਆ ਤੇ ਉਰੇ C। ਇਸੇ ਤਰ੍ਹਾਂ ਇਸ ਸਾਈਡ ਸਾਡੇ ਕੋਲ ਕੋਣ 90 ਡਿਗਰੀ ਕਿਹੜਾ ਹੈ, P ਹੈ, ਤੇ ਇਸ ਸਾਈਡ ਅਸੀਂ R ਅਤੇ Q ਇਹ ਲੈ ਲੈਂਦੇ ਹਾਂ 90 ਡਿਗਰੀ। ਕੋਣ ਸਾਡੀ AC ਹੈ ਜਿਹੜਾ ਉਹ 8 ਸੈਂਟੀਮੀਟਰ ਹੈ, ਤੇ ਇਸ ਸਾਈਡ QR ਹੈ ਜਿਹੜੀ ਉਹ 8 ਸੈਂਟੀਮੀਟਰ ਹੈ। AC ਹੈ ਜਿਹੜੀ ਸਾਡੀ ਅਸੀਂ ਲਿਖ ਲਈ, AB ਕਿੰਨਾ ਹੈ ਸਾਡਾ 3 ਸੈਂਟੀਮੀਟਰ, ਤੇ ਉਰੇ PR ਹੈ ਜਿਹੜੀ ਉਹ ਕਿੰਨੀ ਹੈ 3 ਸੈਂਟੀਮੀਟਰ। ਹੁਣ ਮੈਂ ਇਹ 8 ਸੈਂਟੀਮੀਟਰ ਉਰੇ ਹੀ ਕਿਉਂ ਲਿੱਤਾ, ਕਿਉਂਕਿ ਸਾਨੂੰ ਪਤਾ ਹੈ ਕਿ ਸਮਕੋਣੀ त्रिभुज ਦੇ ਵਿੱਚ ਜਿਹੜੀ ਕर्ण ਹੈ ਉਹ ਸਭ ਤੋਂ ਵੱਡੀ ਭੁਜਾ ਹੁੰਦੀ ਹੈ। ਇਸ ਕਰਕੇ 8 ਸੈਂਟੀਮੀਟਰ ਹੈ ਜਿਹੜਾ ਉਹ ਇਸ ਸਾਈਡ ਆਇਆ ਸਾਡੇ ਕੋਲ। ਵੈਸੇ ਵੀ ਇਹ ਸਾਡੀ ਕੀ ਬਣ ਰਹੇ ਹਨ, ਕर्ण ਬਣ ਰਹੇ ਹਨ ਦੋਨੋਂ ਸਾਈਡ। ਤਾਂ ਅਸੀਂ ਅਗਰ ਗੱਲ ਕਰੀਏ त्रिभुज ABC ਅਤੇ PQR ਦੇ ਵਿੱਚ ਸਾਡੇ ਕੋਲ ਕੀ ਹੈ, AB ਜਿਹੜੀ ਹੈ ਭੁਜਾ ਉਹ PR ਦੇ ਬਰਾਬਰ ਹੈ, ਦੋਨੋਂ 3 ਸੈਂਟੀਮੀਟਰ ਹਨ। AC ਹੈ ਜਿਹੜੀ ਉਹ QR ਦੇ ਬਰਾਬਰ ਹੈ, 8 ਸੈਂਟੀਮੀਟਰ। ਕर्ण ਦੋਨਾਂ 'ਚ ਬਰਾਬਰ ਹੋ ਗਿਆ। ਕੋਣ 90 ਡਿਗਰੀ 90 ਡਿਗਰੀ ਤਾਂ ਹੈ ਹੀ ਕਿਉਂਕਿ ਸਮਕੋਣੀ त्रिभुज ਹੈ। ਤਾਂ RHS ਨਿਯਮ ਦੇ ਅਨੁਸਾਰ ਇਹ त्रिभुजां ਕੀ ਹਨ, ਸਰਬਾਂਗ ਸਮ ਹਨ। ਹੁਣ ਅਸੀਂ ਸਰਬਾਂਗ ਸਮਤਾ ਦਾ ਨਿਯਮ ਲਿਖਣਾ ਹੈ। ਨਿਯਮ ਲਿਖਣ ਦੇ ਲਈ ਸਾਨੂੰ ਸੁਮੇਲ ਤਾਂ ਪਤਾ ਹੋਣਾ ਚਾਹੀਦਾ ਹੈ ਕਿ B ਦਾ ਸੁਮੇਲ P ਦੇ ਨਾਲ ਹੈ ਹੀ ਕਿਉਂਕਿ ਦੋਨੋਂ 90 ਡਿਗਰੀ ਦੇ ਕੋਣ ਹਨ। ਉਸ ਤੋਂ ਬਾਅਦ ਸਾਡੇ ਕੋਲ A ਦੋਨਾਂ 'ਚ ਕਾਮਨ ਹੈ ਤੇ R ਕਾਮਨ ਹੈ। ਇਹਦਾ ਮਤਲਬ A ਦਾ ਸੁਮੇਲ R ਦੇ ਨਾਲ ਹੈ ਤੇ C ਦਾ ਸੁਮੇਲ Q ਦੇ ਨਾਲ ਹੈ। ਤਾਂ त्रिभुज ਅਸੀਂ ਲਿਖਾਂਗੇ ABC ਸਰਵਾਂਗ ਸਮ ਹੈ त्रिभुज ਹਾਂਜੀ R, ਕਿਉਂਕਿ A ਦਾ R ਦੇ ਨਾਲ ਸੀ, B ਦਾ P ਨਾਲ, C ਦਾ Q ਨਾਲ, ਯਾਨੀ ਕਿ त्रिभुज ABC ਸਰਵਾਂਗ ਸਮ ਹੈ त्रिभुज RPQ। आओ दूजे पार्ट की गल करते हैं असी। फिर असी समकोणी त्रिभुज बनाते हैं दोनों।
कौन ए है जिहड़ा हुण सानूं 90 डिग्री दिता गया है, इस साइड कौन क्यू है जिहड़ा वो 90 डिग्री है। इस साइड साडा जिहड़ा करण है वो BC होएगा, करण BC क्यों होएगा क्योंकि ए साडा इस साइड आया है, तो करण तो साडा 9 सेंटीमीटर ही बनेगा, तो AC कितना 5 सेंटीमीटर। इस साइड अगर असी देखिए तो साडी PR कितना है 8 सेंटीमीटर, तो PQ कितना है 5 सेंटीमीटर। फिर वही साडा AC भुजा है जिहड़ी वो किस दे बराबर है QP दे, और साडा जिहड़ा करण है BC वो किस दे बराबर है PR दे, कितना है 8 सेंटीमीटर ते 5 सेंटीमीटर। तो RHS नियम के अनुसार ये दोनों त्रिभुजां की हन सर्वांग सम हन। सर्वसमता का नियम लिखना है, तो A का सुमेल Q दे नाल, B का अगर असी सुमेल देखना है तो C दोनों च कॉमन है, तो P ਇਹਦਾ मतलब C का P नाल है, तो B का किस दे नाल हो गया R दे नाल, C का किस दे नाल हो गया P दे नाल। तो त्रिभुज ABC सर्वांग सम है त्रिभुज QRP। जिहड़ा संकेतिक रूप है ये तुहाडा की होना चाहिए है, सही होना चाहिए है। जेकर तुहाडा संकेतिक रूप सही है तो ही तुसी कह सकते हो कि तुसी जिहड़ा सवाल कर रहे हो वो ठीक है। साडा अगला उदाहरण है कि चित्र 7.31 विच DA है जिहड़ा वो लंब है AB दे उपर, ऐदा ही CB जिहड़ा लंब है वो किस दे उपर है AB दे उपर, अते AC है जिहड़ी वो BD दे बराबर है। त्रिभुज ABC अते DAB विच बराबर भागां दे 3 जोड़े दसो। तो फिर वही अगर अफसर ने कहा सी कि अगर साडियां डायग्राम कंबाइन हन तो असी वो डायग्राम नूं लग बना के भी लिख सकते हाँ ताकि सानू आसानी हो सके। साडी ये की है DAB, ये 90 डिग्री है। इसी तरह क्यों 90 डिग्री है क्योंकि DA है जिहड़ा OAB दे उपर की है लंब है। इसी तरह इस साइड BCA ये साडी 90 डिग्री है, क्यों क्योंकि जिहड़ा CB है वो AB दे उपर की है लंब है। हुण सानू होर क्या दिता गया है कि AC है जिहड़ा वो DB दे बराबर है। तुसीं देख सकते हो कि दोने त्रिभुजां दे विच एक तां जिहड़ा करण है, करण DB है जिहड़ा वो किस दे बराबर है AC दे, ते जिहड़ी ये भुजा है ये दोनों च बराबर है। क्यों बराबर है क्योंकि दोनों का जिहड़ा AB की होगी सांझी भुजा, AB बराबर है AB, ये साडी की है सांझी भुजा है। उस तो बाद कौन A है जिहड़ा ते कौन B ये दोनों की है 90 डिग्री दे हन। असीं कह सकते हाँ कि RHS नियम अनुसार ये दोनों त्रिभुजां की हन सर्वांग सम हन। पहले तो असीं 3 जोड़े जिहड़े सी वो लिखे, संगत जोड़े जिहड़े कि बराबर हन। उस तो बाद हुण असीं कथन देखना है, किस कथन के अकॉर्डिंग ये त्रिभुजां की है संकेतिक रूप सही होवेगा। तो ए दा जिहड़ा सुमेल है, हुण अगर असीं देखिए कि ए दा जिहड़ा सुमेल है वो किस दे नाल बन रहा है B दे नाल। हुण इस डायग्राम दे विच जिहड़ी दूजा संकेतिक रूप है ए दा सुमेल A दे नाल लिखिआ है, इहदा मतलब कि ये साडा सैकेंड है जिहड़ा वो सही नहीं है। साडा ए दा जिहड़ा सुमेल है वो B दे नाल है। अगर असी अगे देखिए कि D दा जिहड़ा हैगा सुमेल वो C दे नाल है, ते B दा जिहड़ा सुमेल है इस साइड A दे नाल है। तो असी लिखांगे त्रिभुज ABC सर्वांग सम है त्रिभुज BAD। जिहड़े ये है तुसीं इस गल का ध्यान रखना है, जदों भी तुसी संकेतिक रूप लिखना है वो तुहाडा संकेतिक रूप है जिहड़ा वो बिल्कुल सही होना चाहिए है। कोशिश करो दे विच सानू फिर वही सवाल दिते हैं कि त्रिभुजां दे कुछ भाग माप दिते गए हैं। RH सर्वसमता का मापदंड का प्रयोग करते हुए दसो किहड़े त्रिभुजां दे जोड़े सर्वांग सम हैं। सर्वांग सम त्रिभुजां की स्थिति विच संकेतिक रूप दे विच लिखो। तो पहले सवाल दे विच अगर असीं देखिए कि साडे कोल करण तां दोनों का बराबर है पर जिहड़ी भुजा है वो बराबर नहीं है, तो असीं कह सकते हाँ RHS
ਨਿਯਮ ਅਨੁਸਾਰ ਇਹ ਤ੍ਰਿਭੁਜਾਂ ਸਰਬਾਂਗ ਸਮ ਨਹੀਂ ਹਨ, ਕਿਉਂਕਿ ਕਰਨ ਤਾਂ ਬਰਾਬਰ ਹੈ ਪਰ ਜਿਹੜੀ ਦੂਜੀ ਭੁਜਾ ਹੈ ਸਾਡੀ ਉਹ ਬਰਾਬਰ ਨਹੀਂ ਹੈ। ਇਸੇ ਤਰ੍ਹਾਂ ਅਗਰ ਅਸੀਂ ਸੈਕਿੰਡ ਦੀ ਗੱਲ ਕਰੀਏ, ਫਿਰ ਉਹੀ ਹੈ ਕਿ ਦੋ ਡਾਇਗਰਾਮ ਇੱਕ ਡਾਇਗਰਾਮ ਦੇ ਵਿੱਚ ਦਿੱਤੀਆਂ ਗਈਆਂ ਹਨ। ਅਸੀਂ ਇਹਨਾਂ ਨੂੰ ਅਲੱਗ ਬਣਾ ਕੇ ਵੀ ਲਿਖ ਸਕਦੇ ਹਾਂ ਜੀ ਕਿ A B C ਇਹ ਸਾਡਾ 90 ਡਿਗਰੀ ਹੈ, 3.5 ਸੈਂਟੀਮੀਟਰ ਤੇ 2 ਸੈਂਟੀਮੀਟਰ। ਅਗਰ ਅਸੀਂ ਦੂਸਰੀ ਤ੍ਰਿਭੁਜ ਦੀ ਗੱਲ ਕਰੀਏ A B D ਦੀ 90 ਡਿਗਰੀ ਹੈ, 2 ਸੈਂਟੀਮੀਟਰ ਹੈ, 3.5 ਸੈਂਟੀਮੀਟਰ ਹੈ। ਤਾਂ ਦੋਨੇ ਤ੍ਰਿਭੁਜਾਂ ਦੇ ਵਿੱਚ ਹੁਣ ਤੁਸੀਂ ਦੇਖ ਸਕਦੇ ਹੋ AB ਬਰਾਬਰ AB, ਦੋਨਾਂ ਦਾ ਕਰਨ ਜਿਹੜਾ ਹੈ ਉਹ ਬਰਾਬਰ ਹੈ। AC ਬਰਾਬਰ ਹੈ AD 2 ਸੈਂਟੀਮੀਟਰ, ਯਾਨੀ ਕਿ ਕਰਨ ਤੇ ਇੱਕ ਭੁਜਾ ਦੋਨਾਂ ਚ ਕੀ ਹੈ ਬਰਾਬਰ ਹੈ ਦੋਨੇ ਸਮਕੋਣੀ ਤ੍ਰਿਭੁਜ ਦੇ ਵਿੱਚ। ਤਾਂ RHS ਨਿਯਮ ਦੇ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ ਸਰਬਾਂਗ ਸਮ ਹੋਣਗੀਆਂ। ਹੁਣ ਸਰਬਾਂਗ ਸਮਤਾ ਦਾ ਅਗਰ ਅਸੀਂ ਲਿਖਣਾ ਹੈ ਤਾਂ ਅਸੀਂ ਕਿਵੇਂ ਲਿਖਾਂਗੇ? ਤ੍ਰਿਭੁਜ ACB ਸਰਬਾਂਗ ਸਮ ਹੈ ਤ੍ਰਿਭੁਜ ADB। ਇਦਾਂ ਹੀ ਸਾਡਾ ਥਰਡ ਪਾਰਟ ਹੈ। ਥਰਡ ਪਾਰਟ ਦੇ ਵਿੱਚ ਸਾਨੂੰ ਫਿਰ ਦੋ ਤ੍ਰਿਭੁਜਾਂ ਦਿੱਤੀਆਂ ਗਈਆਂ ਹਨ। ਅਸੀਂ ਅਗਰ ਦੇਖੀਏ ਦੋਨਾਂ ਨੂੰ ਅਲੱਗ-ਅਲੱਗ ਵੀ ਬਣਾ ਸਕਦੇ ਹਾਂ। ਤ੍ਰਿਭੁਜ ਕਿਹੜੀ ਹੈ? ਇੱਕ ਤ੍ਰਿਭੁਜ ਹੈ ਤ੍ਰਿਭੁਜ CBA ਅਤੇ ਤ੍ਰਿਭੁਜ CDA। ਦੋਨੇ ਤ੍ਰਿਭੁਜਾਂ ਦੇ ਵਿੱਚ ਕੀ ਹੈ ਜਿਹੜਾ ਕਰਨ ਹੈ ਉਹ ਕੀ ਹੈ ਦੋਨਾਂ ਦਾ ਸਾਂਝਾ ਹੈ। CA ਦੋਨਾਂ ਚ ਕਰਨ ਹੈ ਬਰਾਬਰ ਹੈ। ਇੱਕ ਭੁਜਾ ਹੈ ਜਿਹੜੀ ਸਾਡੀ AB ਉਹ ਬਰਾਬਰ ਹੈ AD, ਉਹ ਕਿੰਨੀ ਹੈ 3.6 ਸੈਂਟੀਮੀਟਰ। ਤਾਂ ਅਸੀਂ ਕਹਾਂਗੇ RHS ਨਿਯਮ ਅਨੁਸਾਰ ਇਹ ਦੋਨੋਂ ਤ੍ਰਿਭੁਜਾਂ, ਅਸੀਂ RHS ਨਿਯਮ ਇਦਾਂ ਵੀ ਲਿਖ ਸਕਦੇ ਹਾਂ ਕਿ RHS ਨਿਯਮ ਅਨੁਸਾਰ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ ਸਰਬਾਂਗ ਸਮ ਹੋਣਗੀਆਂ। ਤੇ ਸੰਕੇਤਿਕ ਰੂਪ ਤੁਸੀਂ ਆਪ ਲਿਖ ਕੇ ਦੇਖਣਾ ਹੈ ਕਿ ਸੰਕੇਤਿਕ ਰੂਪ ਦੇ ਵਿੱਚ ਅਸੀਂ ਇਹਨਾਂ ਨੂੰ ਕਿਵੇਂ ਲਿਖ ਸਕਦੇ ਹਾਂ। ਸਾਡਾ ਦੂਜਾ ਸਵਾਲ ਹੈ RHS ਸਰਵਸਮਤਾ ਮਾਪਦੰਡ ਤੋਂ ਤ੍ਰਿਭੁਜ ABC ਸਰਵਾਂਗ ਸਮ ਹੈ ਤ੍ਰਿਭੁਜ RPQ ਸਥਾਪਿਤ ਕਰਨਾ ਹੈ। ਜੇਕਰ ਇਹ ਦਿੱਤਾ ਗਿਆ ਹੋਵੇ ਕਿ ਕੋਣ B ਬਰਾਬਰ ਕੋਣ P 90 ਡਿਗਰੀ ਹੈ ਅਤੇ AB ਬਰਾਬਰ RP ਹੈ ਤਾਂ ਹੋਰ ਕਿਹੜੀ ਸੂਚਨਾ ਦੀ ਜ਼ਰੂਰਤ ਪਏਗੀ? ਤਾਂ ਅਸੀਂ ਫਿਰ ਦੋਨੋਂ ਤ੍ਰਿਭੁਜਾਂ ਬਣਾਉਂਦੇ ਹਾਂ। ਪਹਿਲੀ ਤ੍ਰਿਭੁਜ ਹੈ ਸਾਡੀ ABC, B ਇਹਦੇ ਵਿੱਚ ਕੀ ਹੈ 90 ਡਿਗਰੀ। ਦੂਜੀ ਤ੍ਰਿਭੁਜ ਹੈ ਜਿਹੜੀ ਸਾਡੀ ਉਹ ਕੀ ਹੈ RPQ ਤੇ P ਕਿੰਨਾ ਹੈ 90 ਡਿਗਰੀ। ਹੁਣ ਸਾਨੂੰ AB ਹੈ ਜਿਹੜਾ ਉਹ ਬਰਾਬਰ ਦਿੱਤਾ ਹੋਇਆ ਹੈ RP ਦੇ। ਤਾਂ ਸਾਨੂੰ ਹੋਰ ਕੀ ਲੋੜ ਹੈ? ਕਰਨ ਦੀ। ਸਾਡਾ ਜਿਹੜਾ ਕਰਨ ਹੈ ਉਹ ਕੀ ਹੋਣਾ ਚਾਹੀਦਾ ਹੈ? ਦੋਨਾਂ 'ਚ ਬਰਾਬਰ ਹੋਣਾ ਚਾਹੀਦਾ ਹੈ। ਦੇਖੋ ਤੁਸੀਂ ਇਹਦੇ 'ਚ ਇਹ ਵੀ ਕਹਿ ਸਕਦੇ ਹੋ ਕਿ ਸਰ ਅਗਰ BC PQ ਦੇ ਬਰਾਬਰ ਹੈ ਤਾਂ ਇਹ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ ਸਰਬਾਂਗ ਸਮ ਹੋਣਗੀਆਂ। ਪਰ ਉਸ ਟਾਈਮ ਅਸੀਂ ਨਿਯਮ ਕਿਹੜਾ ਕਰਾਂਗੇ? SAS। ਉਸ ਟਾਈਮ ਸਾਡਾ ਨਿਯਮ ਕਿਹੜਾ ਹੋਏਗਾ? SAS ਦਾ। ਪਰ ਅਸੀਂ ਉਰੇ ਕਿਹੜਾ ਕਰਨਾ ਹੈ? RHS ਨਿਯਮ ਦੇ ਅਨੁਸਾਰ ਸਾਡੀ ਕੀ ਹੋਣੀ ਚਾਹੀਦੀ? ਇੱਕ ਤਾਂ ਰਾਈਟ ਐਂਗਲ ਹੋਣਾ ਚਾਹੀਦਾ ਹੈ, ਇੱਕ ਦੋਨਾਂ ਦਾ ਕਰਨ ਬਰਾਬਰ ਹੋਣਾ ਚਾਹੀਦਾ ਹੈ ਤੇ ਇੱਕ ਸਾਈਡ। ਇਸ ਲਈ ਸਾਨੂੰ ਹੁਣ ਕਿਸ ਚੀਜ਼ ਦੀ ਲੋੜ ਹੈ? ਸਾਨੂੰ AC ਹੈ ਜਿਹੜਾ ਉਹ RQ ਦੇ ਕੀ ਹੋਣਾ ਚਾਹੀਦਾ ਹੈ? ਬਰਾਬਰ ਹੋਣਾ ਚਾਹੀਦਾ ਹੈ। ਅਗਰ AC ਹੈ ਜਿਹੜਾ ਉਹ RQ ਦੇ ਬਰਾਬਰ ਹੋਏਗਾ ਤਾਂ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਤ੍ਰਿਭੁਜਾਂ ਕੀ ਹੋਣਗੀਆਂ ਸਰਬਾਂਗ ਸਮ ਹੋਣਗੀਆਂ। ਅਗਰ ਅਸੀਂ ਗੱਲ ਕਰੀਏ ਕਿ BC ਹੈ ਜਿਹੜਾ ਉਹ PQ ਦੇ ਬਰਾਬਰ ਹੋਣਾ ਚਾਹੀਦਾ ਹੈ ਤਾਂ ਉਸ ਟਾਈਮ ਸਾਡਾ ਸਰਵਸਮਤਾ ਦਾ ਕਿਹੜਾ ਨਿਯਮ ਲੱਗੇਗਾ? SAS ਨਿਯਮ। ਸਾਡਾ ਤੀਜਾ ਸਵਾਲ ਹੈ ਵਿਚਿੱਤਰ 7.33 ਵਿੱਚ ਜਿਹੜਾ BD ਅਤੇ CE ABC ਦੇ ਸਿਖਰ ਲੰਬ ਹਨ ਅਤੇ BD ਹੈ ਜਿਹੜਾ ਉਹ CE ਦੇ
ਬਰਾਬਰ ਹੈ। CBA ਅਤੇ BCE ਵਿੱਚ ਬਰਾਬਰ ਭਾਗਾਂ ਦੇ 3 ਜੋੜੇ ਲਿਖੋ। ਦੇਖੋ ਬੱਚਿਓ, ਅਗਰ ਤੁਸੀਂ ਸਵਾਲ ਨੂੰ ਸੌਖੇ ਤਰੀਕੇ ਦੇ ਨਾਲ ਕਰਨਾ ਹੈ ਤਾਂ ਸਭ ਤੋਂ ਸੌਖਾ ਤਰੀਕਾ ਤਾਂ ਹੈ ਕਿ ਤੁਸੀਂ ਦੋਨੇ ਤ੍ਰਿਭੁਜਾਂ ਜਿਹੜੀਆਂ ਹਨ ਜਿਨ੍ਹਾਂ ਵਿੱਚ ਅਸੀਂ ਬਰਾਬਰ ਜੋੜੇ ਕੱਢਣੇ ਹਨ, ਤੁਸੀਂ ਉਹਨਾਂ ਦੋਨੇ ਤ੍ਰਿਭੁਜਾਂ ਨੂੰ ਬਣਾ ਲਓ ਰਫ। ਅਸੀਂ ਜਿੰਨੇ ਵੀ ਬਣਾ ਰਹੇ ਹਾਂ ਰਫ ਸਕੈਚ ਬਣਾ ਰਹੇ ਹਾਂ। ਹੁਣ ਦੇਖੋ ਅਸੀਂ ਹੁਣ ਲੈਬਲ ਕਰਨਾ ਹੈ। ਹੁਣ ਮੈਂ ਪਹਿਲਾਂ ਤ੍ਰਿਭੁਜ, ਇਹ ਮੇਰੀ ਤ੍ਰਿਭੁਜ ਹੈ CBD, ਇਹ ਤ੍ਰਿਭੁਜ ਹੈ BCE। ਹੁਣ CBD ਦੇ ਵਿੱਚ ਕਿਹੜਾ ਕੋਣ 90 ਡਿਗਰੀ ਦਾ ਹੈ? ਅਗਰ ਅਸੀਂ ਦੇਖੀਏ ਕੋਣ D ਸਾਡਾ ਕੀ ਹੈ 90 ਡਿਗਰੀ ਦਾ, ਕਿਉਂਕਿ ਸਿਖਰ ਲੰਬ ਅਸੀਂ ਕਹਿੰਦੇ 90 ਡਿਗਰੀ ਦਾ ਹੁੰਦਾ ਹੈ। ਤਾਂ D ਹੋ ਗਿਆ ਸਾਡਾ, B ਅਸੀਂ ਉਰੇ ਲਿਖ ਲੈਂਦੇ ਹਾਂ, C ਇਸ ਸਾਈਡ ਲਿਖ ਲੈਂਦੇ ਹਾਂ। ਇਸੇ ਤਰ੍ਹਾਂ BCE, ਅਸੀਂ BCE ਦੀ ਗੱਲ ਕਰਦੇ ਹਾਂ। ਇਸ ਦੇ ਵਿੱਚ ਸਾਡਾ ਕੋਣ E ਹੈ ਜਿਹੜਾ ਉਹ ਕੀ ਹੈ 90 ਡਿਗਰੀ ਹੈ। ਤੇ ਇਹ ਸਾਡਾ ਕੀ ਹੋ ਗਿਆ B ਤੇ C। ਹੁਣ ਦੇਖੋ ਇਹਨਾਂ ਦੋਨਾਂ ਦੇ ਵਿੱਚ ਜਿਹੜਾ ਕਾਰਨ ਹੈ ਇਹ ਦੋਨਾਂ ਦਾ ਕੀ ਹੈ ਸਾਂਝਾ ਹੈ, ਬਰਾਬਰ ਹੈ। ਸਿਖਰ ਲੰਬ ਵੀ ਸਾਨੂੰ ਪਤਾ ਹੈ ਵੀ ਸਿਖਰ ਲੰਬ ਕੀ ਹੁੰਦੇ ਹਨ, ਬਰਾਬਰ ਹੁੰਦੇ ਹਨ। ਇਹਦਾ ਮਤਲਬ BD ਹੈ ਜਿਹੜਾ BE ਦੇ ਬਰਾਬਰ ਹੈ। ਇਹਦਾ ਮਤਲਬ ਸਾਡੇ 3 ਜਿਹੜੇ ਭਾਗ ਹਨ ਉਹ ਕਿਹੜੇ ਕਿਹੜੇ ਹੋ ਗਏ? BC ਬਰਾਬਰ ਹੈ BC, BD ਬਰਾਬਰ ਹੈ BE ਤੇ ਕੋਣ D ਬਰਾਬਰ ਹੈ ਕੋਣ E। ਇਹ ਕਿਉਂਕਿ ਇਹ ਦੋਨੋਂ ਕੀ ਹੈ 90 ਡਿਗਰੀ ਦੇ ਹਨ। ਤਾਂ ਅਸੀਂ ਕਹਿ ਸਕਦੇ ਹਾਂ ਕਿ ਤ੍ਰਿਭੁਜ CBD ਹੈ ਜਿਹੜੀ ਉਹ ਸਰਵਾਂਗ ਸਮ ਹੈ। ਹੁਣ ਸੰਕੇਤਿਕ ਰੂਪ ਹੈ ਜਿਹੜਾ ਅਸੀਂ ਲਿਖਣਾ ਹੈ। ਤਾਂ ਅਸੀਂ ਦੇਖੀਏ D ਦਾ ਜਿਹੜਾ ਸੁਮੇਲ ਹੈ ਉਹ ਕਿਸ ਦੇ ਨਾਲ ਹੈ? E ਦੇ ਨਾਲ ਹੈ। B ਦਾ ਜਿਹੜਾ ਸੁਮੇਲ ਹੈ ਅਗਰ ਅਸੀਂ ਦੇਖੀਏ ਦੋਨਾਂ 'ਚ B ਕੀ ਹੈ ਕਾਮਨ ਹੈ। B ਦਾ ਸੁਮੇਲ B ਦੇ ਨਾਲ ਹੈ ਤੇ C ਦਾ ਜਿਹੜਾ ਸੁਮੇਲ ਹੈ ਦੇਖੋ ਨਾ, ਅਗਰ D ਹੈ ਤਾਂ E ਹੋ ਗਿਆ ਸਾਡੇ ਕੋਲ। ਹੁਣ E ਦਾ D ਦੇ ਨਾਲ ਸੁਮੇਲ ਤਾਂ ਹੋ ਗਿਆ, B ਦਾ B ਦੇ ਨਾਲ ਬਚਿਆ ਤੇ ਉਰੇ C ਦਾ C ਦੇ ਨਾਲ। ਤਾਂ ਇਹਦਾ ਮਤਲਬ CBD ਸਰਵਾਂਗ ਸਮ ਹੋਏਗੀ ਸਾਡੇ ਕੋਲ। ਹੁਣ C ਦਾ C ਦੇ ਨਾਲ ਹੈ, B ਦਾ B ਨਾਲ ਹੈ, E ਦਾ E ਨਾਲ ਹੈ। ਤਾਂ ਅਸੀਂ ਦੇਖੀਏ CBD ਸਰਵਾਂਗ ਸਮ BCE ਹੈ ਨਹੀਂ, ਤਾਂ ਅਸੀਂ ਕਹਾਂਗੇ ਨਹੀਂ। ਤਾਂ ਅਸੀਂ ਕਹਾਂਗੇ DCB ਹੈ ਜਿਹੜੀ ਉਹ EBC ਦੇ ਹੈ ਤਾਂ ਹਾਂ। ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸੁਮੇਲ ਸਾਡਾ ਕੀ ਹੋਏਗਾ, ਸਹੀ ਹੋਏਗਾ। ਤਾਂ ਪਿਆਰੇ ਬੱਚਿਓ, ਅੱਜ ਅਸੀਂ ਆਪਣਾ ਜਿਹੜਾ ਲਾਸਟ RHS ਸਰਬਸੰਮਤਾ ਦਾ ਨਿਯਮ ਸੀ ਉਹ ਕੀਤਾ, ਜਿਸ ਦੇ ਵਿੱਚ ਅਸੀਂ ਸਵਾਲ ਕੀਤੇ। ਲਾਸਟ ਅਸੀਂ ਜਿਹੜਾ ਲੈਕਚਰ ਹੋਏਗਾ ਉਸ ਦੇ ਵਿੱਚ ਬਾਕੀ ਜਿਹੜੀ ਅਭਿਆਸ 7.2 ਬਚਦੀ ਹੈ ਉਸ ਦੇ ਸਵਾਲ ਕਰਾਂਗੇ। ਧੰਨਵਾਦ।